ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ ਜ਼ਰੂਰੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਨਾਲ। ਤੇ ਅੱਜ ਅਸੀਂ ਕਿਸ ਤਰ੍ਹਾਂ ਅਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰੀਦਾ ਹੈ, ਉਹ ਕਿੱਦਾਂ ਕਿਹੜੇ ਸਟੈਪਸ ਨੇ, ਕਿਹੜੇ ਵੈਬਸਾਈਟਸ ਯੂਜ਼ ਹੋਣੀ ਹੈ, ਜੋ ਵੀ ਇਨਫੋਰਮੇਸ਼ਨ ਜ਼ਰੂਰੀ ਹੈ ਅੱਜ ਤੁਹਾਨੂੰ ਅਸੀਂ ਬਣਾ ਕੇ ਵੀ ਵਿਖਾਵਾਂਗੇ। ਤੇ ਅਸੀਂ ਹੁਣ ਆਪਣੀ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਤੇ ਮੇਨ ਮਕਸਦ ਸਾਡਾ ਇਹ ਹੈ ਇਸ ਵੀਡੀਓ ਨੂੰ ਬਣਾਉਣ ਲਈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਕੋ ਪੈਸੇ ਬਹੁਤ ਜ਼ਿਆਦਾ ਲੋਕੀ ਮੰਗਦੇ ਆ, $400 $500। ਪਰ ਮੈਂ ਇਸ ਵਿੱਚ ਤੁਹਾਨੂੰ ਦੱਸ ਸਕਦਾ ਵੀ ਤੁਸੀਂ ਖੁਦ ਹੀ ਆਪਣੇ ਘਰੇ ਲੈਪਟਾਪ ਤੋਂ ਜਾਂ ਆਪਣੇ ਆਈਪੈਡ ਵਗੈਰਾ ਤੋਂ ਕਿਵੇਂ ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰ ਸਕਦੇ ਆ, ਉਹ ਵੀ ਫ੍ਰੀ ਆਫ ਕੋਸਟ। ਤੇ ਜਿਹੜੀ ਫੀਸ ਇਹਨੂੰ ਅਪਲਾਈ ਕਰਨ ਦੀ ਲੱਗਦੀ ਆ ਗਵਰਨਮੈਂਟ ਫੀਸ, ਸਿਰਫ ਤੁਹਾਨੂੰ ਪੇ ਕਰਨੀ ਪੈਣੀ ਆ। ਤੇ ਇਹ ਬਹੁਤ ਹੀ ਈਜ਼ੀ ਆ। ਕਰਦੇ ਹਾਂ, ਬਹੁਤ ਈਜ਼ੀ ਸਟੈਪ ਬਾय ਸਟੈਪ ਜੇ ਤੁਸੀਂ ਫੋਲੋ ਕਰੋਗੇ ਬਹੁਤ ਈਜ਼ੀ ਆ। ਹਾਂਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਵਰਕ ਪਰਮਿਟ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਵੈਬਸਾਈਟ ਖੋਲਾਂਗੇ ਜੀ, canada.ca, ਜਾਂ ਤੁਸੀਂ ਲਿਖ ਸਕਦੇ ਹੋ cic.login ਸਿੱਧਾ ਗੂਗਲ ਦੇ ਵਿੱਚ। ਤੇ ਅੱਜ ਇਸ ਤਰ੍ਹਾਂ ਤੁਹਾਡੇ ਸਾਹਮਣੇ ਪੇਜ ਖੁੱਲ ਚੁੱਕਿਆ ਹੈ। ਹੁਣ ਮੇਨ ਮੈਨਿਊ ਤੇ ਜਾਵਾਂਗੇ, ਫਿਰ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਤੇ ਸਿਲੈਕਟ ਕਰਕੇ ਮਾਈ ਐਪਲੀਕੇਸ਼ਨ ਸਿਲੈਕਟ ਕਰਾਂਗੇ। ਉਸ ਤੋਂ ਬਾਅਦ ਆਪਾਂ ਸਾਈਨ ਇਨ ਔਰ ਕ੍ਰੀਏਟ ਐਨ ਅਕਾਊਂਟ ਕਰਾਂਗੇ। ਸਭ ਤੋਂ ਪਹਿਲਾਂ ਜੀ ਆਪਾਂ ਨੂੰ ਅਕਾਊਂਟ ਬਣਾਉਣ ਦੀ ਜ਼ਰੂਰਤ ਆ, ਕਿਉਂਕਿ ਫਰੈਸ਼ ਸਟੂਡੈਂਟਸ ਜਿਹੜੇ ਗ੍ਰੈਜੂਏਟ ਹੋਏ ਹੁੰਦੇ ਆ ਉਹਨਾਂ ਕੋਲ ਅਕਾਊਂਟ ਹੈ ਨਹੀਂ। ਤੇ ਫਿਰ ਆਪਾਂ ਕਰਾਂਗੇ ਸਾਈਨ ਇਨ ਵਿਦ GC ਕੀ। ਹੁਣ ਇਹਦੇ ਵਿੱਚ ਜੇ ਤੇ ਤੁਹਾਡੇ ਕੋਲ ਅਕਾਊਂਟ ਹੈਗਾ ਤੁਸੀਂ ਯੂਜ਼ਰ ਨੇਮ ਤੇ ਪਾਸਵਰਡ ਭਰ ਸਕਦੇ ਹੋ, ਬਟ ਹੁਣ ਜਿੱਦਾਂ ਸਾਡੇ ਕੋਲ ID ਤੇ ਪਾਸਵਰਡ ਹੈ ਨਹੀਂ, ਆਪਾਂ ਸਾਈਨ ਅਪ ਕਰਾਂਗੇ। ਹਾਂਜੀ, ਇੱਥੇ ਆਈ ਐਕਸੈਪਟ ਕਰਾਂਗੇ। ਹਾਂਜੀ, ਹੁਣ ਇੱਥੇ ਆਪਾਂ ਯੂਜ਼ਰ ਨੇਮ ਬਣਾਵਾਂਗੇ। ਯੂਜ਼ਰ ਨੇਮ ਅਸੀਂ ਬਣਾਉਣ ਲੱਗੇ ਹਾਂ। ਤੇ ਯੂਜ਼ਰ ਨੇਮ ਦੇ ਵਿੱਚ ਇਹ 8 ਤੋਂ 16 ਕਰੈਕਟਰ ਦੇ ਵਿੱਚ ਹੋਣਾ ਚਾਹੀਦਾ, ਕੋਈ ਸਪੈਸ਼ਲ ਕਰੈਕਟਰ ਨਹੀਂ ਲਾਉਣਾ ਹੈਗਾ ਇਹਦੇ ਵਿੱਚ। ਤੇ ਨੂਮੈਰੀਕਲ ਡਿਜਿਟ ਲਾ ਸਕਦੇ ਹੋ, ਤੇ ਫਿਰ ID ਪਾਸਵਰਡ ਲਾਉਣਾ ਹੈਗਾ। ਹਾਂਜੀ, ਤੇ ID ਪਾਸਵਰਡ ਦਾ ਵੀ ਇਹੀ ਹੈ ਕਿ ਉਹ ਮਿਨੀਮਮ 8 ਵਰਡਸ ਹੋਣੇ ਚਾਹੀਦੇ ਨੇ, ਤੇ ਉਹਦੇ ਵਿੱਚ ਇੱਕ ਅਪਰ ਲੈਟਰ, ਇੱਕ ਲੋਅਰ ਲੈਟਰ ਤੇ ਕੋਈ ਵੀ ਡਿਜਿਟ ਆਪਾਂ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਅਗਲਾ ਸਟੈਪ ਹੁੰਦਾ ਹੈ ਜੀ ਸਿਕਿਉਰਿਟੀ ਕੁਐਸਚਨਸ। ਹੁਣ ਆਪਾਂ ਸਿਕਿਉਰਿਟੀ ਕੁਐਸਚਨਸ ਤੁਹਾਡੇ ਸਾਹਮਣੇ ਬਣਾਵਾਂਗੇ ਜੀ। ਹਾਂਜੀ, ਹੁਣ ਆਪਾਂ ਜੀ ਜਿਸ ਤਰ੍ਹਾਂ ਵੇਖਿਆ ਸੀ, ਆਪਾਂ ਸਿਕਿਉਰਿਟੀ ਕੁਐਸਚਨ ਭਰਨ ਤੋਂ ਬਾਅਦ ਆਪਾਂ ਇੱਕ ਯੂਜ਼ਰ ਨੇਮ ਤੇ ਪਾਸਵਰਡ ਕ੍ਰੀਏਟ ਕਰ ਲਿਆ ਜੀ। ਹੁਣ ਅਗਲਾ ਸਟੈਪ ਦੇਖੋ ਜੀ, ਕੰਟੀਨਿਊ ਕਰਨ ਤੋਂ ਬਾਅਦ ਹੁਣ ਤੁਹਾਡੀ ਜਿਹੜਾ ਅਕਾਊਂਟ ਹੈ ਇਹ ਓਪਨ ਹੈ। ਹਾਂਜੀ, ਇਸ ਤਰ੍ਹਾਂ ਜਿਸ ਤੁਸੀਂ ਯੂਜ਼ਰ ਨੇਮ ਤੇ ਪਾਸਵਰਡ ਭਰੋਗੇ ਉਸ ਤੋਂ ਬਾਅਦ ਇਹ ਵਾਲਾ ਪੇਜ ਆਵੇਗਾ। ਠੀਕ ਹੈ ਜੀ, ਹੁਣ ਕ੍ਰੀਏਟ ਐਨ ਅਕਾਊਂਟ ਦੇ ਵਿੱਚ ਆਪਣੀ ਇਨਫੋਰਮੇਸ਼ਨ ਭਰੋਗੇ। ਲਾਸਟ ਨੇਮ ਤੇ ਗਿਵਨ ਨੇਮ, ਫਿਰ ਈਮੇਲ ਐਡਰੈਸ ਤੇ ਪ੍ਰੈਫਰ ਲੈਂਗੁਏਜ। ਪ੍ਰੈਫਰ ਲੈਂਗੁਏਜ ਦੇ ਵਿੱਚ ਜ਼ਿਆਦਾਤਰ ਦੋ ਲੈਂਗੁਏਜ ਆਉਂਦੀਆਂ ਨੇ, ਇੰਗਲਿਸ਼ ਤੇ ਫ੍ਰੈਂਚ, ਤੇ ਲਗਭਗ ਸਾਨੂੰ ਸਾਰਿਆਂ ਨੂੰ ਇੰਗਲਿਸ਼ ਹੀ ਆਉਂਦੀ ਹੈ, ਆਪਾਂ ਇੰਗਲਿਸ਼ ਸਿਲੈਕਟ ਕਰਾਂਗੇ। ਹਾਂਜੀ, ਕੰਟੀਨਿਊ। ਹੁਣ ਇਸੇ ਵਿੱਚ ਵੀ ਆਪਾਂ ਸਿਕਿਉਰਿਟੀ ਕੁਐਸਚਨਸ ਐਡ ਕਰਨੇ ਨੇ, ਇਹਦੇ ਵਿੱਚ ਸਿਕਿਉਰਿਟੀ ਕੁਐਸਚਨ ਖੁਦ ਟਾਈਪ ਕਰਨੇ ਹੁੰਦੇ ਆ। ਹਾਂਜੀ ਹਾਂਜੀ, ਹੁਣ ਜਿਸ ਤਰ੍ਹਾਂ ਆਪਾਂ ਸਾਰਾ ਸਾਡਾ ਅਕਾਊਂਟ ਕ੍ਰੀਏਟ ਹੋ ਚੁੱਕਿਆ, ਅਕਾਊਂਟ ਕ੍ਰੀਏਟ ਕਰਨ ਤੋਂ ਬਾਅਦ ਹੁਣ ਆਪਾਂ ਜਿਹੜਾ ਮੇਨ ਪ੍ਰੋਸੈਸ ਸ਼ੁਰੂ ਕਰਾਂਗੇ ਜੀ। ਸਭ ਤੋਂ ਪਹਿਲਾਂ ਜਦੋਂ ਆਹ ਪੇਜ ਖੋਲ ਜਾਣਾ ਹੈ, ਉਸ ਤੋਂ ਆਪਾਂ ਸਿਲੈਕਟ ਕਰਨਾ ਹੈ ਅਪਲਾਈ ਟੂ ਕਮ ਟੂ ਕੈਨੇਡਾ। ਹਾਂਜੀ, ਅਪਲਾਈ ਟੂ ਕਮ ਟੂ ਕੈਨੇਡਾ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਜੇ ਤੇ ਸਾਡੇ ਕੋਲ ਕੋਈ ਰੈਫਰੈਂਸ ਕੋਡ ਹੈਗਾ ਤੇ ਆਪਾਂ ਭਰ ਸਕਦੇ ਹਾਂ, ਜੇ ਸਾਡੇ ਕੋਲ ਨਹੀਂ ਤੇ ਆਪਾਂ ਲਿਖਣਾ I do not have personal reference code। ਤੇ ਫਿਰ ਆਪਾਂ ਜਿੱਦਾਂ ਵਿਜ਼ਟਰ ਵੀਜ਼ਾ, ਸਟੱਡੀ, ਵਰਕ ਪਰਮਿਟ, ਤੇ ਜਦੋਂ ਈਵਨ ਆਪਾਂ ਆਪਣੀ PR ਅਪਲਾਈ ਕਰਨੀ ਹੈ ਉਦੋਂ ਆਪਾਂ ਐਕਸਪ੍ਰੈਸ ਐਂਟਰੀ ਚੂਜ਼ ਕਰਾਂਗੇ। ਹਾਂਜੀ, ਹੁਣ ਆਪਾਂ ਇੱਥੇ ਚੂਜ਼ ਕਰਨਾ ਵਿਜ਼ਟਰ ਵੀਜ਼ਾ, ਸਟੱਡੀ ਤੇ ਵਰਕ ਪਰਮਿਟ। ਹੁਣ ਸਾਡੇ ਮੇਨ ਕੁਐਸਚਨ ਸ਼ੁਰੂ ਹੋ ਜਾਣਗੇ ਨੇ, what would you like to do in Canada। ਹੁਣ ਆਪਾਂ ਇੱਥੇ ਕੀ ਕਰਨਾ ਹੈਗਾ, ਵਰਕ ਕਰਨਾ ਹੈਗਾ ਕਿ ਸਟੱਡੀ ਕਰਨੀ ਹੈਗੀ, ਅਸੀਂ ਵਰਕ ਕਰਨਾ ਹੈਗਾ। ਹਾਂਜੀ, how long are you planning to stay in Canada। ਇੱਥੇ ਆਪਾਂ ਸਿਲੈਕਟ ਕਰਨਾ ਹੈ ਟੈਂਪਰਰੀ more than 6 months। ਹਾਂਜੀ, ਤਾਂ ਨੈਕਸਟ ਕੁਐਸਚਨ ਹੈਗਾ ਦਾ ਸਿਲੈਕਟ ਕੋਡ। ਇੱਥੇ ਆਪਣਾ one of your passport, ਹੁਣ ਜਿਹੜਾ ਵੀ ਤੁਹਾਡੇ ਕੋਲ ਪਾਸਪੋਰਟ ਆ ਕਿਸੇ ਵੀ ਕੰਟਰੀ ਦਾ ਉਹ ਤੁਸੀਂ ਇੱਥੇ ਭਰ ਦੇਣਾ। ਹੁਣ ਆਪਾਂ ਇੱਥੇ ਇੰਡੀਆ ਸਿਲੈਕਟ ਕਰਨਾ ਹੈ। ਹਾਂਜੀ,
ਇੰਡੀਆ ਸਿਲੈਕਟ ਕਰਨ ਤੋਂ ਬਾਅਦ ਹੁਣ ਵਾਟ ਇਜ਼ ਯੋਰ ਕਰੰਟ ਕੰਟਰੀ ਟੈਰੀਟਰੀ ਔਰ ਰੈਜ਼ੀਡੈਂਸ, ਹੁਣ ਤੁਸੀਂ ਮਤਲਬ ਕਿੱਥੇ ਰਹਿੰਦੇ ਹੋ ਉਹ ਵਾਲਾ ਤੁਸੀਂ ਭਰਨਾ ਹੈਗਾ, ਕੈਨੇਡਾ ਲਿਖਣਾ ਹੈਗਾ ਇਹਦੇ 'ਚ। ਉਸ ਤੋਂ ਬਾਅਦ ਆ ਜਾਂਦਾ ਡੂ ਯੂ ਹੈਵ ਐਨੀ ਫੈਮਿਲੀ ਮੈਂਬਰ, ਜੇ ਤੇ ਤੁਹਾਡਾ ਕੋਈ ਫੈਮਿਲੀ ਮੈਂਬਰ ਹੈਗਾ ਇੱਥੇ ਕੈਨੇਡੀਅਨ ਸਿਟੀਜ਼ਨ ਤਾਂ ਤੁਸੀਂ ਯੈਸ ਕਰਨਾ ਹੈਗਾ, ਨਹੀਂ ਤੇ ਨੋ ਕਰਨਾ ਹੈਗਾ। ਤੁਸੀਂ ਫਿਲਹਾਲ ਨੋ ਕਰਨਾ। ਤੇ ਹੁਣ ਇੱਥੇ ਆਪਣੀ ਡੇਟ ਆਫ ਬਰਥ ਭਰਨੀ ਹੈਗੀ, ਅਸੀਂ ਰੈਂਡਮਲੀ ਡੇਟ ਆਫ ਬਰਥ ਭਰ ਰਹੇ ਹਾਂ, ਇਹ ਸਾਡੀ ਡੇਟ ਆਫ ਬਰਥ ਆਪਾਂ ਨੈਕਸਟ ਕਰ ਦੇਣਾ। ਇਸ ਤੋਂ ਬਾਅਦ ਅਗਰ ਸਾਡਾ ਆਰ ਯੂ lawful permanent residence of United States or you, ਇੱਥੇ ਨੋ ਕਰਨਾ ਹੈਗਾ। ਹਾਂਜੀ, ਨੈਕਸਟ ਕੁਐਸਚਨ ਹੈਗਾ what is your current immigration status, ਤੁਸੀਂ ਹੁਣ ਕੀ ਹੈ, ਹੁਣ ਆਪਾਂ ਸਾਰੇ ਸਟੂਡੈਂਟ ਆ, ਇੱਥੇ ਸਟੂਡੈਂਟ ਹੀ ਆਪਾਂ ਸਿਲੈਕਟ ਕਰਨਾ ਹੈ। ਹਾਂਜੀ, ਤੇ ਹਾਂਜੀ ਡੂ ਯੂ ਪਲਾਨ ਟੂ ਵਰਕ ਔਨ ਕੈਂਪਸ, ਜੇ ਤੇ ਤੁਸੀਂ ਜਿੱਥੇ ਸਟੱਡੀ ਕੀਤੀ ਹੈ ਜੇ ਤੁਸੀਂ ਉੱਥੇ ਕੰਮ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਯੈਸ ਕਰਨਾ, ਪਰ ਮੋਸਟ ਆਫ ਸਟੂਡੈਂਟਸ ਕੰਮ ਨਹੀਂ ਕਰਦੇ, ਦੈਨ ਵੀ ਸ਼ੁੱਡ ਪੁੱਟ ਨੋ। ਤੇ ਦ ਨੈਕਸਟ ਹੈਗਾ ਆ ਆਰ ਯੂ ਫੁੱਲ ਟਾਈਮ ਸਟੂਡੈਂਟ, ਜਦੋਂ ਇਹ ਹੋਣਾ ਇੱਥੇ ਆਪਸ਼ਨ ਤੇ ਆਪਾਂ ਨੋ ਕਰਨਾ ਹੈਗਾ, ਕਿਉਂਕਿ ਹਾਂਜੀ ਹੈਵ ਯੂ ਰੀਸੈਂਟਲੀ ਗ੍ਰੈਜੂਏਟ, ਇੱਥੇ ਆਪਾਂ ਜੇ ਹੁਣ ਆਪਾਂ ਰੀਸੈਂਟਲੀ ਗ੍ਰੈਜੂਏਟ ਹੋਏ ਆ ਤੇ ਇਸ ਆਪਸ਼ਨ ਤੇ ਆਪਾਂ ਯੈਸ ਕਰਨਾ ਹੈਗਾ। ਤੇ ਨੈਕਸਟ ਹੈਗਾ ਕਿ ਇਜ਼ ਯੋਰ ਵਰਕ ਐਸੈਂਸ਼ੀਅਲ ਪਾਰਟ ਆਫ ਯੋਰ ਸਟੱਡੀ, ਇੱਥੇ ਜੇ ਤੁਸੀਂ ਇੰਟਰਨਸ਼ਿਪ ਵਗੈਰਾ ਮਿਲੀ ਹੈ ਤਾਂ ਤੁਸੀਂ ਯੈਸ ਕਰਨਾ ਹੈਗਾ, ਜੇ ਤੁਹਾਡੇ ਕੋਰਸ 'ਚ ਨਹੀਂ ਹੈਗੀ ਫਿਰ ਤੁਸੀਂ ਨੋ ਕਰਨਾ ਹੈ। ਹਾਂਜੀ, ਨੈਕਸਟ ਹੈਵ ਯੂ ਬੀਨ ਟੋਲਡ ਬਾਈ ਇਮੀਗ੍ਰੈਂਟ ਰਿਫਿਊਜੀਜ਼, ਨੋ, ਇੱਥੇ ਨੋ ਕਰਨਾ ਹੈਗਾ। ਹੈਵ ਯੂ ਸਬਮਿਟਡ ਪਰਮਾਨੈਂਟ ਰੈਜ਼ੀਡੈਂਸੀ, ਓਬਵੀਅਸਲੀ ਅਸੀਂ ਵਰਕ ਪਰਮਿਟ ਭਰ ਰਹੇ, ਪਰਮਾਨੈਂਟ ਰੈਜ਼ੀਡੈਂਸ ਤੇ ਹੋਏ ਹੀ ਨਹੀਂ ਅਜੇ। ਤੇ ਜੇ ਤੁਹਾਡੇ ਕੋਲ ਕੋਈ ਜੌਬ ਲੈਟਰ ਹੈਗੀ ਆ ਔਰ ਜੌਬ ਆਫਰ ਹੈ ਤੁਸੀਂ ਯੈਸ ਕਰਨਾ, ਜੇ ਨਹੀਂ ਹੈ ਤੇ ਨੋ ਕਰਨਾ। ਹਾਂਜੀ, ਡੂ ਯੂ ਹੈਵ ਐਨ ਅਫੀਸ਼ੀਅਲ ਲੈਟਰ ਫਰੋਮ ਯੋਰ ਸਕੂਲ ਦੈਟ ਕਨਫਰਮ ਯੂ ਹੈਵ ਕੰਪਲੀਟਡ ਸਟੱਡੀ, ਹੁਣ ਜਿਹੜੀ ਤੁਹਾਡੀ ਫਾਈਨਲ ਟ੍ਰਾਂਸਕ੍ਰਿਪਟ ਆਈ ਆ ਉਹ ਤੁਸੀਂ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਯੈਸ ਕਰਨਾ, ਹੈਗੀ ਆ ਤਾਂ ਹੀ ਆਪਾਂ ਵਰਕ ਪਰਮਿਟ ਭਰਨ ਦੇ ਲਾਇਕ ਹੋਏ ਹਾਂ। ਹਾਂਜੀ, ਅੱਗੇ ਹੈਗਾ ਤੁਹਾਡਾ ਮੈਰਿਟਲ ਸਟੇਟਸ ਕੀ ਆ, ਜੋ ਜਿੱਦਾਂ ਜੋ ਹੈਗਾ ਉਹ ਭਰ ਸਕਦੇ ਆ। ਹਾਂਜੀ, ਵਟ ਇਜ਼ ਯੋਰ ਪ੍ਰੋਵਿੰਸ ਆਫ ਡੈਸਟੀਨੇਸ਼ਨ, ਤੁਸੀਂ ਜਿਹੜੀ ਪ੍ਰੋਵਿੰਸ 'ਚ ਰਹਿੰਦੇ ਹੋ ਉਹ ਭਰਨੀ ਹੈਗੀ। ਹਾਂਜੀ, ਹੁਣ ਸਾਰੀ ਇਨਫੋਰਮੇਸ਼ਨ ਭਰਨ ਤੋਂ ਬਾਅਦ ਉਹ ਰਿਜ਼ਲਟ ਫਾਊਂਡ ਕਰਦਾ ਹੈ ਕਿ ਤੁਸੀਂ ਇਹ ਦੋ ਵੀਜ਼ੇ ਭਰਨ ਦੇ ਲਾਇਕ ਹੈਗੇ ਹੋ, ਪਹਿਲਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ, ਸੈਕੰਡ ਹੈਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਨ ਕੈਨੇਡਾ, ਤੇ ਆਪਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਕੈਨੇਡਾ ਇਨ ਇਹੀ ਸਿਲੈਕਟ ਕਰਨਾ, ਦੈਨ ਨੈਕਸਟ ਕਰਨਾ। Next, do you have an official letter from your school? Yes, ਸਾਡੇ ਕੋਲ official letter ਹੈਗਾ। ਹਾਂਜੀ, ਤੇ then have you had a medical, ਕੋਈ ਡਾਕਟਰ ਕੋਲ ਜੇ ਤੁਸੀਂ ਗਏ ਹੋ then ਤੇ ਇੱਥੇ no ਕਰਨਾ ਹੈਗਾ maximum। Okay, have you lived in a designated country, ਇੱਥੇ ਵੀ ਆਪਾਂ no ਕਰਨਾ ਹੈਗਾ। ਕੁਝ countries designated ਹੈਗੀਆਂ ਨੇ, ਉਹਨਾਂ ਦੇ ਨਾਮ ਹੈਗੇ ਨੇ ਤੇ ਆਪਾਂ ਇੱਥੇ no ਹੀ ਕਰਨਾ ਹੈਗਾ। Okay, ਹੁਣ ਜਿਹੜੀਆਂ ਫੀਲਡਸ ਦਿੱਤੀਆਂ ਨੇ ਇਹਨਾਂ ਫੀਲਡਸ ਦੇ ਵਿੱਚ ਤੁਸੀਂ ਸਿਲੈਕਟ ਕਰ ਸਕਦੇ ਹੋ। ਦੇਖੋ ਜੇ ਤੇ ਤੁਸੀਂ ਇਹਨਾਂ 'ਚ ਕੰਮ ਕਰਨਾ ਹੈਗਾ ਹੈਲਥ ਸਾਇੰਸ ਕਲੀਨਿਕ ਲੈਬੋਰਟਰੀ 'ਚ ਤਾਂ ਤੁਸੀਂ ਇੱਥੇ ਸਿਲੈਕਸ਼ਨ ਯੈਸ ਕਰੋਗੇ, ਅਦਰਵਾਈਜ਼ ਨੋ। ਜਿਹੜੇ ਸਟੂਡੈਂਟਸ ਮੈਡੀਕਲ ਦੇ ਨਾਲ ਰਿਲੇਟਡ ਹੋਣਗੇ ਉਹ ਜਦੋਂ ਆਪਣਾ ਵਰਕ ਪਰਮਿਟ ਭਰਨਗੇ ਉਹ ਇੱਥੇ ਯੈਸ ਕਰਨਗੇ। ਅਗੇ ਡੂ ਯੂ ਵਾਂਟ ਟੂ ਸਬਮਿਟ ਐਪਲੀਕੇਸ਼ਨ ਆਫ ਫੈਮਿਲੀ ਮੈਂਬਰ, ਜੇ ਤੇ ਤੁਸੀਂ ਭਰਨਾ ਚਾਹੁੰਦੇ ਹੋ ਕਿਸੇ ਦੀ ਠੀਕ ਆ, ਨਹੀਂ ਤੇ ਨੋ ਕਰ ਦਿਓ। ਹਾਂਜੀ, ਇੱਥੇ ਜੇ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਕਿਸੇ ਨੂੰ ਅਸੈਸ ਕਰਨ ਲਈ ਦੇਣਾ ਚਾਹੁੰਦੇ ਹੋ ਦੈਨ ਤੁਸੀਂ ਆਪਸ਼ਨਸ ਫਸਟ ਪਹਿਲੀ ਦੂਜੀ ਤੀਜੀ ਚੁਣਨੀ, ਨਹੀਂ ਤੇ ਲਾਸਟ ਨੂੰ। ਓਕੇ, ਇਨ ਦਾ ਪਾਸਟ 10 year have you given your fingerprints, ਜੇ ਤੇ ਤੁਸੀਂ ਇੰਡੀਆ ਤੋਂ ਹੀ ਬਾਇਓਮੈਟ੍ਰਿਕ ਤੁਹਾਡੇ ਹੋਏ ਨੇ ਜਾਂ ਕਿਸੇ ਵੀ ਕੰਟਰੀ ਤੋਂ ਜਿੱਥੋਂ ਆਏ ਹੋਏ ਨੇ ਤੇ ਦੈਨ ਯੈਸ, ਅਦਰਵਾਈਜ਼ ਨੋ। ਇੱਥੇ ਯੈਸ ਨੋ ਇਸ ਕਰਕੇ ਕਰਨਾ ਹੈ ਕਿਉਂਕਿ ਬਾਇਓਮੈਟ੍ਰਿਕ ਦੇ ਵੀ ਤੁਹਾਨੂੰ ਪੈਸੇ ਦੇਣੇ ਪੈਣਗੇ, ਜੇ ਯੈਸ ਕਰੋਗੇ ਤਾਂ ਨਹੀਂ ਦੇਣੇ ਪੈਣਗੇ। ਹੁਣ ਆਪਾਂ ਫੀਸ ਤਾਂ ਆਲਰੇਡੀ ਪੇ ਕਰਨੀ ਹੀ ਹੈਗੀ, ਇੱਥੇ ਅਸੀਂ ਕਹਿਣਾ ਯੈਸ ਆਈ ਵਿਲ ਬੀ ਪੇਇੰਗ ਮਾਈ ਐਪਲੀਕੇਸ਼ਨ ਫੀਸ। Yeah, ਤੇ are you able to make a digital copy of document? Yes, we have all document digital copy. Okay, will be you able be paying fees? ਬਿਲਕੁਲ ਸਾਡੇ ਕੋਲ ਸਾਰਿਆਂ ਕੋਲ ਹੀ ਕ੍ਰੈਡਿਟ ਕਾਰਡ ਵੀ ਹੈਗੇ ਨੇ, ਡੈਬਿਟ ਕਾਰਡ ਵੀ ਹੈਗੇ ਨੇ, ਤੇ ਇੱਥੇ ਆਪਾਂ ਯੈਸ ਕਰਨਾ ਹੈਗਾ। ਤੇ ਆ ਸਾਰੇ ਸਾਡੇ ਕੁਐਸਚਨਰ ਆ ਗਏ ਨੇ।
ਆਪਾਂ ਮੇਕ ਸ਼ੋਰ ਕਰਨਾ ਹੈ ਆਪਣੇ ਸਾਰੇ ਕੁਐਸਚਨ ਰਿਵਿਊ ਕਰਨੇ ਆ, ਚੈੱਕ ਕਰਨਾ ਹੈ ਕਿ ਕੋਈ ਵੀ ਕੁਐਸਚਨ ਤੁਸੀਂ ਐਡਿਟ ਵੀ ਕਰ ਸਕਦੇ ਹੋ, ਠੀਕ ਹੈ, ਪਹਿਲੇ ਕਿਤੇ ਕੋਈ ਮਿਸਟੇਕ ਹੋ ਗਈ ਹੈ ਤੇ ਤੁਸੀਂ ਉਹਨੂੰ ਐਡਿਟ ਕਰ ਸਕੋ। ਓਕੇ ਜੀ, ਸਾਰੀ ਐਪਲੀਕੇਸ਼ਨ ਨੂੰ ਰਿਵਿਊ ਕਰਨ ਤੋਂ ਬਾਅਦ ਫਿਰ ਆਪਾਂ ਕੰਟੀਨਿਊ ਕਰਨਾ ਹੈਗਾ। ਹਾਂਜੀ, ਕੰਟੀਨਿਊ ਕਰਨ ਤੋਂ ਬਾਅਦ ਸਾਡੇ ਕੋਲ ਕਿਹੜੀ ਸਟੈਪ ਨੈਕਸਟ ਨੇ। ਆਪਾਂ ਇੱਕ ਤਾਂ ਆਪਣੇ ਸਾਰੇ ਡਾਕੂਮੈਂਟਸ ਵਗੈਰਾ ਡਾਊਨਲੋਡ ਕਰਨੇ ਨੇ, ਦੈਨ ਫੀਸ ਪੇ ਕਰਨੀ ਹੈ, ਨੈਕਸਟ ਸਟੈਪ ਵਾਲਾ ਆਪਾਂ ਵੱਧ ਰਹੇ ਹਾਂ। ਹਾਂਜੀ, ਉਸ ਤੋਂ ਬਾਅਦ ਦੇਖੋ ਪਹਿਲਾ ਐਪਲੀਕੇਸ਼ਨ ਫਾਰਮ ਹੈਗਾ, ਇਹ ਫਾਰਮ ਦਾ ਨਾਮ ਹੈਗਾ IMM 5710। ਇਸ ਫਾਰਮ ਤੇ ਕਲਿੱਕ ਕਰਨਾ ਹੈ। ਇਹ ਇਸ ਤਰ੍ਹਾਂ ਪਹਿਲਾਂ ਵਿੰਡੋ ਸ਼ੋ ਕਰੇਗੀ, ਤੁਹਾਨੂੰ ਦੱਸਦੇ ਹਾਂ। ਇਸ ਫਾਰਮ ਨੂੰ ਸਭ ਤੋਂ ਪਹਿਲਾਂ ਤੁਸੀਂ ਆਪਣੇ ਡੈਸਕਟਾਪ ਤੇ ਸੇਵ ਕਰਨਾ ਹੈ, ਤੇ ਡੈਸਕਟਾਪ ਤੇ ਸੇਵ ਕਰਨ ਤੋਂ ਬਾਅਦ ਡੈਸਕਟਾਪ ਤੇ ਇਸ ਪੇਜ ਆਪਾਂ ਇਸ ਫਾਈਲ ਨੂੰ ਸੇਵ ਕਰਨਾ ਹੈ, ਦੈਨ ਇਹ ਆਪਣੇ Adobe ਚ ਓਪਨ ਕਰ ਲੈਣੀ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਇੱਕ ਜਦੋਂ ਤੁਸੀਂ ਇੰਡੀਆ ਤੋਂ ਆਏ ਸੀ, ਤੁਹਾਡੇ ਕੋਲ ਜਿਹੜਾ ਸਟੱਡੀ ਪਰਮਿਟ ਹੈਗਾ ਉਹਦੇ ਤੇ ਵੀ UCI ਨੰਬਰ ਦਿੱਤਾ ਹੋਏਗਾ, ਉਹ ਇੱਥੇ ਭਰਨਾ ਹੈ। ਹਾਂਜੀ, ਉਸ ਤੋਂ ਬਾਅਦ ਸੈਕੰਡ ਕਾਲਮ ਦੇ ਵਿੱਚ ਤੁਸੀਂ ਕਿਹੜੀ ਲੈਂਗੁਏਜ ਪ੍ਰੈਫਰ ਕਰਦੇ ਹੋ, ਇੰਗਲਿਸ਼, ਉਹ ਭਰਨੀ ਹੈਗੀ ਆ। ਫਿਰ ਐਮ ਅਪਲਾਈਂਗ ਫॉर वन ऑफ मोर फॉलोइंग, ਇਹਦੇ ਤੇ ਤੁਸੀਂ ਸੈਕੰਡ ਵਾਲੀ ਆਪਸ਼ਨ ਸਿਲੈਕਟ ਕਰਨੀ ਹੈ ਕਿ ਓਪਨ ਵਰਕ ਪਰਮਿਟ ਭਰਨ ਲੱਗੇ ਆ। ਹਾਂਜੀ, ਅਪਲਾਈ ਫॉर वर्क परमिट इन द फर्स्ट टाइम ਇਹ ਭਰਨ ਲੱਗੇ ਆ। ਸੈਕੰਡ ਚ ਆਪਣੀ ਫਿਰ ਫੁੱਲ ਡਿਟੇਲ ਆ ਜਾਏਗੀ, ਪਰਸਨਲ ਡਿਟੇਲ। ਹਾਂਜੀ, ਪਰਸਨਲ ਡਿਟੇਲ ਦੇ ਵਿੱਚ ਫੈਮਿਲੀ ਨੇਮ ਭਰ ਕੇ, ਗਿਵਨ ਨੇਮ ਨਹੀਂ ਭਰਨਾ ਹੈਗਾ। ਹੈਵ ਯੂ ਐਵਰ ਯੂਜ਼ਡ ਅਦਰ ਨੇਮ, ਉਸ ਤੇ ਤੁਸੀਂ ਨੋ ਕਰ ਦੇਣਾ। ਇੱਥੇ ਜਿਹੜੇ ਸਟਾਰ ਕੀਤੇ ਨੇ ਉਹਨਾਂ ਨੇ ਪੁਆਇੰਟਸ, ਉਹ ਪੁਆਇੰਟਸ ਤੁਸੀਂ ਜ਼ਰੂਰ ਭਰਨੇ ਹੈਗੇ ਆ। ਉਹਨਾਂ ਪੁਆਇੰਟਸ ਨੂੰ ਭਰਨ ਤੋਂ ਬਿਨਾਂ ਤੁਸੀਂ ਇਸ ਫਾਰਮ ਨੂੰ ਪ੍ਰੋਸੈਸ ਨਹੀਂ ਕਰ ਸਕਦੇ। ਹਾਂਜੀ, ਤੇ ਜਿਹੜੀ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੋਊਗੀ ਉਹ ਸਾਰੀ ਇਨਫੋਰਮੇਸ਼ਨ ਤੁਸੀਂ ਭਰਨੀ ਹੈ। ਸਾਰੀ ਇਨਫੋਰਮੇਸ਼ਨ ਭਰਨ ਤੋਂ ਬਾਅਦ ਤੁਸੀਂ ਲਾਸਟ ਦੇ ਵਿੱਚ ਵੈਲਿਡ ਤੇ ਕਲਿੱਕ ਕਰਨਾ। ਇੱਥੇ ਵੈਲੀਡੇਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਬਾਰਕੋਡ ਜਨਰੇਟ ਹੋਣਗੇ। ਉਹ ਬਾਰਕੋਡ ਜੇ ਤੇ ਜਨਰੇਟ ਹੁੰਦੇ ਆ, ਦੈਨ ਤੁਹਾਡਾ ਜਿਹੜਾ ਫਾਰਮ ਹੈ ਬਿਲਕੁਲ ਸਹੀ ਭਰਿਆ ਗਿਆ ਹੈ ਤੇ ਤੁਸੀਂ ਅਪਲੋਡ ਕਰ ਸਕਦੇ ਹੋ। ਤੇ ਫਿਰ ਇਸੇ ਹੀ ਪੇਜ ਨੂੰ, ਇਸੇ ਹੀ ਫਾਈਲ ਨੂੰ ਤੁਸੀਂ ਸੇਵ ਕਰ ਲੈਣਾ। ਇਸ ਨੂੰ ਸੇਵ ਕਰਨ ਤੋਂ ਬਾਅਦ ਇਹੀ ਫਾਈਲ ਸਿੱਧੀ ਤੁਸੀਂ ਇਹ ਫਾਈਲ ਇੱਥੇ ਅਪਲੋਡ ਕਰਨੀ ਹੈਗੀ ਹੈ। ਅਪਲੋਡ ਫਾਈਲ ਤੇ ਕਲਿੱਕ ਕਰਨਾ ਹੈਗਾ ਤੇ ਇੱਥੇ ਫਿਰ ਫਾਈਲ ਚੂਜ਼ ਕਰਕੇ ਤੇ ਫਾਈਲ ਡਾਕੂਮੈਂਟ ਨੇਮ। ਇਹ ਹੋਰ ਇੱਕ ਗੱਲ ਜ਼ਰੂਰੀ ਹੈ ਕਿ ਹਰੇਕ ਫਾਈਲ ਨੂੰ ਜੋ ਵੀ ਤੁਸੀਂ ਡਾਕੂਮੈਂਟ ਨੇਮ ਦੇਣਾ ਹੈ, ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਕਿ ਹਰੇਕ ਫਾਈਲ ਨੂੰ ਤੁਸੀਂ ਜਿਹੜਾ ਨਾਮ ਦੇਣਾ ਹੈ, ਇਹਨੂੰ IIM 5710 ਐਪਲੀਕੇਸ਼ਨ ਦਾ ਨਾਮ ਦੇ ਕੇ ਇੱਥੇ ਤੁਸੀਂ ਸਬਮਿਟ ਕਰ ਸਕਦੇ ਹੋ। ਹਾਂਜੀ, ਇਹ ਸੀ ਤੁਹਾਡਾ ਪਹਿਲੀ ਫਾਈਲ ਅਪਲੋਡ ਕਰਨ ਦਾ ਪ੍ਰੋਸੈਸ। ਦੈਨ ਸੈਕੰਡ ਦੇ ਵਿੱਚ ਤੁਸੀਂ ਆਪਣੀ ਜਿਹੜੀ ਕਾਲਜ ਦੀ ਫਾਈਨਲ ਟ੍ਰਾਂਸਕ੍ਰਿਪਟ ਜਾਂ ਸਾਰੀਆਂ ਟ੍ਰਾਂਸਕ੍ਰਿਪਟ ਦੀ ਇੱਕ PDF ਮਿਲਦੀ ਹੈ, ਉਹ ਕਰਨੀ ਹੈ। ਥਰਡ ਦੇ ਵਿੱਚ ਕੰਪਲੀਸ਼ਨ ਲੈਟਰ ਜਾਂ ਗ੍ਰੈਜੂਏਸ਼ਨ ਲੈਟਰ ਕਰ ਸਕਦੇ ਹੋ ਸੈਕੰਡ 'ਚ। ਤੇ ਥਰਡ ਦੇ ਵਿੱਚ ਪਾਸਪੋਰਟ ਦੀ ਫਰੰਟ ਕਾਪੀ, ਲਾਸਟ ਕਾਪੀ ਤੇ ਡੇਟ ਆਫ ਬਰਥ, ਜਿੱਤੇ ਆਪਣਾ ਜਿੱਤੇ ਤੁਹਾਡਾ ਵੀਜ਼ਾ ਸਟੈਂਪ ਲੱਗੀ ਹੁੰਦੀ ਆ ਉਹ ਵਾਲਾ ਤੇ ਮਾਰਕਿੰਗ ਵਾਲਾ, ਉਹ ਸਾਰੇ ਪੇਜਸ ਅਪਲੋਡ ਕਰਨੇ। ਤੇ ਇਹਦੀ PDF ਬਣਾ ਕੇ ਉਹ PDF ਫਿਰ ਅਪਲੋਡ ਕਰਨੀ ਹੈਗੀ। ਦੈਨ ਦਾ ਥਰਡ ਵਨ ਹੈਗਾ ਡਿਜੀਟਲ ਫੋਟੋ। ਤੇ ਆ ਜਿਹੜਾ ਕੁਐਸਚਨ ਮਾਰਕ ਬਣੇ ਹੈਗੇ, ਇਹ ਤੁਹਾਨੂੰ ਦੱਸਦੇ ਨੇ ਕਿ ਡਿਜੀਟਲ ਫੋਟੋ ਜਾਂ ਕੋਈ ਵੀ ਜਿਹੜੇ ਚਾਰੇ ਡਾਕੂਮੈਂਟਸ ਨੇ ਉਹਨਾਂ ਦੀ ਰਿਕੁਆਇਰਮੈਂਟ ਕੀ ਹੈਗੀ ਆ। ਤੇ ਡਿਜੀਟਲ ਫੋਟੋ ਦੇ ਵਿੱਚ ਫੋਟੋ ਦਾ ਸਾਈਜ਼ 420x540 ਪਿਕਸਲ ਰੱਖਣਾ ਹੈ ਤੇ ਫੋਟੋ ਦਾ ਸਾਈਜ਼ 240 KB ਨਾਟ ਲੈਸ ਦੈਨ ਹੋਣਾ ਚਾਹੀਦਾ ਤੇ ਮੋਰ ਦੈਨ 4 MB ਤੋਂ ਨਹੀਂ ਹੋਣਾ ਚਾਹੀਦਾ ਤੇ ਈਜ਼ੀਲੀ ਅਪਲੋਡ ਹੋ ਜਾਏਗੀ। ਇਹ ਚਾਰੇ ਚੀਜ਼ਾਂ ਡਾਊਨਲੋਡ ਕਰਨ ਤੋਂ ਬਾਅਦ ਅਗਲਾ ਆਪਸ਼ਨਲ ਡਾਕੂਮੈਂਟਸ ਨੇ, ਇਹਨਾਂ ਨੂੰ ਤੁਸੀਂ ਨਹੀਂ ਭਰਨਾ ਹੈਗਾ। ਤੇ ਦੈਨ ਤੁਹਾਡੀ ਫੀਸ ਦੇਖੋ, ਵਰਕ ਪਰਮਿਟ ਦੀ 155 ਹੈਗੀ ਆ, ਓਪਨ ਵਰਕ ਪਰਮਿਟ ਹੋਲਡਰ ਦੀ 100। ਤੇ ਜੇ ਤੁਸੀਂ ਬਾਇਓਮੈਟ੍ਰਿਕ ਨੂੰ ਨੋ ਕਰਦੇ ਤੇ ਫਿਰ ਬਾਇਓਮੈਟ੍ਰਿਕ ਦੀ ਫੀਸ ਵੀ ਲੱਗਦੀ। ਪਰ ਹੁਣ ਅੱਜ ਕੱਲ੍ਹ ਜਿਹੜੇ ਸਟੂਡੈਂਟਸ ਆ ਰਹੇ ਨੇ ਉਹਨਾਂ ਦੇ ਬਾਇਓਮੈਟ੍ਰਿਕ ਪਿੱਛੋਂ ਹੀ ਹੋ ਕੇ ਆਉਂਦੇ ਨੇ, ਤਾਂ ਕਰਕੇ ਜਿਹੜੇ $80 ਜਾਂ $85 ਦੇ ਕਰੀਬ ਫੀਸ ਸੀ ਉਹ ਨਹੀਂ ਲੱਗੀ ਤੇ ਟੋਟਲ ਫੀਸ 255 ਲੱਗੀ। ਇਹ ਫਿਰ ਦੈਨ ਤੁਹਾਡਾ ਨੈਕਸਟ ਸਟੈਪ ਫੀਸ ਪੇ ਕਰਨ ਦਾ ਹੈ। ਬਸ ਫੀਸ ਪੇ ਕਰਨ ਤੋਂ ਬਾਅਦ ਤੇ ਤੁਹਾਡੇ ਕੋਲ ਇੱਕ ਵਰਕ ਪਰਮਿਟ ਦਾ ਨੰਬਰ ਜਨਰੇਟ ਹੋ ਜਾਏਗਾ। ਉਹ ਨੰਬਰ ਤੁਹਾਡਾ ਤੁਸੀਂ ਉਹਨਾਂ 'ਚ ਇੱਕ ਵੈਲਿਡ ਹੈਗਾ ਜਿੰਨਾ ਚਿਰ ਤੁਹਾਡਾ ਵਰਕ ਪਰਮਿਟ ਨਹੀਂ ਹੁੰਦਾ। ਇਹ ਸੀ ਸਾਰਾ ਪ੍ਰੋਸੀਜਰ, ਓਪਨ ਵਰਕ ਪਰਮਿਟ, ਪੋਸਟ ਗ੍ਰੈਜੂਏਟਡ ਵਰਕ ਪਰਮਿਟ ਅਪਲਾਈ ਕਰਨ ਦਾ ਤਰੀਕਾ। ਤੇ ਤੁਸੀਂ ਹੁਣ ਆਪਣਾ ਵਰਕ ਪਰਮਿਟ ਅਪਲਾਈ ਕਰਕੇ ਜਲਦੀ PR ਹੋ ਸਕਦੇ ਹੋ ਜੀ।
ਧੰਨਵਾਦ ਜੀ। ਦੋਸਤੋ ਹੁਣ ਆਪਾਂ ਤੁਹਾਨੂੰ ਬਣਾ ਕੇ ਵਿਖਾਇਆ ਕਿ ਕਿਸ ਤਰ੍ਹਾਂ ਅਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕੀਤਾ। ਇਹ ਬਹੁਤ ਹੀ ਆਸਾਨ ਸਟੈਪ ਸੀ। ਹੁਣ ਤੁਸੀਂ ਕਿਸੇ ਨੂੰ ਵੀ ਪੈਸੇ ਨਹੀਂ ਦੇਣੇ ਤੇ ਇਸ ਤਰ੍ਹਾਂ ਘਰੇ ਆਸਾਨੀ ਦੇ ਨਾਲ ਵਰਕ ਪਰਮਿਟ ਅਪਲਾਈ ਕਰਨਾ ਆ ਤੇ ਹੋਰ ਵੀ ਫਰੈਂਡਸ ਨੂੰ ਦੱਸਣਾ ਆ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਆ। ਥੈਂਕ ਯੂ ਜੀ।